ਸ਼ੇਸ਼ਲਾ ਇਕਾਂਗੀ ਸੰਗ੍ਰਹਿ ਵਿੱਚ ਦਰਜ ਇਕਾਂਗੀ ਟਾਂਡਾ ਅਜਮੇਰ ਸਿੰਘ ਔਲਖ ਦਾ ਲਿਖਿਆ ਹੋਇਆ। ਬੱਚਿਓ, ਅਸੀਂ ਦੂਸਰੇ ਭਾਗ ਦੇ ਵਿੱਚ ਪੜ੍ਹਿਆ ਕਿ ਕੈਲੋਂ ਜਿਸਨੇ ਕਿ ਭੂਟੀ ਦਾ ਰਿਸ਼ਤਾ ਕਰਵਾਇਆ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਤੇ ਭੂਟੀ ਦੇ ਨਾਲ ਗੱਲਬਾਤ ਦੇ ਵਿੱਚ ਇਹ ਪਤਾ ਕਰ ਲੈਂਦੀ ਹੈ ਕਿ ਮਾਤੂ ਉਹਦੇ ਸਰੀਰ ਨੂੰ ਹੱਥ ਲਾਉਂਦਾ ਹੈ। ਜਿਸ ਤੋਂ ਬਾਅਦ ਉਹ ਮਾਤੂ ਤੇ ਰਾਜੋ ਜੋ ਕਿ ਭੂਟੀ ਦੀ ਸੱਸ ਹੈ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਮਾਤੂ ਦੇ ਆਉਣ ਤੇ ਉਹ ਇਸ ਬਾਰੇ ਮਾਤੂ ਤੋਂ ਗੁੱਸੇ ਨਾਲ ਪੁੱਛਦੀ ਹੈ, ਪਰ ਮਾਤੂ ਕੈਲੋ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਨੈਤਿਕ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਕੈਲੋ ਬਰਦਾਸ਼ਤ ਨਹੀਂ ਕਰਦੀ ਤੇ ਉਹਨੂੰ ਖਰੀਆਂ ਖਰੀਆਂ ਸੁਣਾਉਂਦੀ ਹੈ। ਪੂਟੀ ਜੋ ਕਿ ਕੈਲੋਂ ਦੇ ਕਹਿਣ ਤੇ ਆਪਣੀ ਸੱਸ ਨੂੰ ਬੁਲਾਉਣ ਦੇ ਲਈ ਗਈ ਹੈ, ਆ ਕੇ ਦੱਸਦੀ ਹੈ ਕਿ ਉਹ ਵਾੜੇ ਵਿੱਚ ਰਾਜੋ ਨੂੰ ਦੇਖ ਆਈ ਹੈ, ਬੇਬੇ ਨੂੰ ਦੇਖ ਆਈ ਹੈ, ਪਰ ਉਹ ਪਤਾ ਨਹੀਂ ਕਿੱਥੇ ਚਲੇ ਗਈ ਹੈ। ਤੇ ਉਸ ਤੋਂ ਬਾਅਦ ਕੈਲੋਂ ਭੂਟੀ ਨੂੰ ਕਹਿੰਦੀ ਹੈ ਕਿ ਜਦੋਂ ਇਹ ਤੈਨੂੰ ਹੱਥ ਲਾਵੇ ਤਾਂ ਤੂੰ ਇਹਦੇ ਮੂੰਹ ਤੇ ਥੁੱਕਿਆ ਕਰ। ਇਹ ਕਹਿ ਕੇ ਉਹ ਚਲੀ ਜਾਂਦੀ ਹੈ ਤੇ ਇਸ ਤੋਂ ਪਿੱਛੋਂ ਦਰਸ਼ਨ ਆਉਂਦਾ ਹੈ। ਇਸ ਤੋਂ ਅੱਗੇ ਪੜ੍ਹਦੇ ਹਾਂ ਬੱਚਿਓ। ਦਰਸ਼ਨ ਆ ਕੇ ਮਾਤੂ ਨੂੰ ਕੀ ਕਹਿੰਦਾ ਹੈ, ਲੈ ਆ ਬੈਠਾ ਈਦ ਦਾ ਚੰਦ, ਭਾਲ ਭਾਲ ਕਮਲਾ ਹੋ ਗਿਆ, ਸਵੇਰ ਦਾ 3 ਗੇੜੇ ਮਾਰ ਗਿਆ, ਪਤਾ ਨਹੀਂ ਕਿਹੜੇ ਪਤਾਲ ਚ ਉਤਰਿਆ ਸੀ। ਕੰਜਰ ਦਿਆ ਪੁੱਤਾ, ਮੈਂ ਤੈਨੂੰ ਦਾਰੂ ਪਿਆਉਣੀ ਸੀ, ਜ਼ਹਿਰ ਤਾਂ ਨਹੀਂ। ਬੋਤਲ ਡੱਬ ਚੋਂ ਕੱਢਦਾ, ਲੈ ਦਾਰੂ ਪੀ, ਗਲਾਸ ਮੰਗਾ। ਆ ਗੁੱਡੀ ਕੌਣ ਹੈ ਓਏ, ਤੇਰੀ ਬਹੂ? ਢੱਕਾ ਵਿਆਹ ਕਰਾਉਣ ਦਾ। ਗੁੱਡੀ ਹੱਥੋਂ ਪਾਣੀ ਲਿਆ ਬੱਲਿਆ, ਨਾਲੇ ਕੋਈ ਖਾਲੀ ਗਲਾਸ ਕੌਲੀ। ਮਾਤੂ ਭੂਟੀ ਵੱਲ ਵੇਖਦਾ ਹੈ। ਭੂਟੀ ਘਬਰਾਈ ਜਹੀ ਖੜੀ ਹੈ। ਡਰ ਨਾ ਗੁੱਡੀ, ਤੂੰ ਤਾਂ ਬੜੀ ਸਿਆਣੀ ਗੁੱਡੀ ਐ, ਜਾ ਲਿਆ ਪਾਣੀ ਤੇ ਗਲਾਸ। ਭੂਟੀ ਝਲਾਨੀ ਵਿੱਚ ਚਲੀ ਜਾਂਦੀ ਹੈ। ਤੂੰ ਐਂ ਦੱਸ ਬਈ ਬਾਈ ਦੀ ਜਨ ਕਿਉਂ ਨਹੀਂ ਆਇਆ? ਮਾਤੂ ਦੱਸਦਾ ਹੈ, ਬਸ ਦਰਸ਼ਨਾ, ਪਰਸੋਂ ਕਿਤੇ ਰਾਤ ਨੂੰ ਜ਼ਿਆਦੇ ਪੀ ਗਏ, ਉੱਥੇ ਘੁਮੰਡੇ ਕੇ ਟੂਬਲ ਤੇ ਹੀ ਲਿਟੇ ਰਹੇ, ਤੜਕੇ ਜਾਗ ਹੀ ਨਾ ਆਈ, ਜਾ ਕੇ ਕਿਤੇ ਦੁਪਹਿਰੇ ਹੋਸ਼ ਆਈ। ਦਰਸ਼ਨ ਕੀ ਕਹਿੰਦਾ, ਦਾਰੂ ਤੈਂ ਕਿੱਧਰੋਂ ਰਿਸਟੋਕਰੈਟ ਪੀਤੀ ਹੋਣੀ ਐ, ਗੋਲੀਆਂ ਦਾ ਫੱਕਾ ਵੱਧ ਮਾਰ ਗਿਆ ਹੋਵੇਂਗਾ। ਦਾਰੂ ਮੈਂ ਭਵਾਨ ਤੈਨੂੰ ਅੱਜ 16 ਨੰਬਰ 1। ਐਨੇ ਵਿੱਚ ਭੂਟੀ ਪਾਣੀ ਲੈ ਕੇ ਆ ਜਾਂਦੀ ਹੈ। ਓਏ ਜਿਉਂਦੀ ਰਹਿ ਗੁੱਡੀਏ, ਯਾਰ ਬਹੂ ਤਾਂ ਤੇਰੀ ਬੜੀ ਸਿਆਣੀ ਆ। ਹੁਣ ਆਪਣੀ ਜੇਬ ਦੇ ਵਿੱਚ ਉਹ ਰੁਪਈਆ ਕੱਢਦਾ ਹੈ, ਲੈ ਗੁੱਡੀ, ਲੈ ਫੜ, ਜਾ ਕੇ ਕੌਰੇ ਦੀ ਹੱਟੀ ਤੋਂ ਪਕੌੜੀਆਂ ਲੈ ਕੇ ਖਾ ਲਈ। ਜਾ ਉੱਡ ਜਾ, ਬਣ ਜਾ ਭੰਬੀਰੀ। ਹੁਣ ਭੂਟੀ ਰੁਪਈਆ ਲੈ ਕੇ ਉੱਥੋਂ ਚਲੀ ਜਾਂਦੀ ਹੈ ਤੇ ਦਰਸ਼ਨ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੰਦਾ। ਮਾਤੂ ਪੁੱਛਦਾ ਹੈ, ਹੋਰ ਦਰਸ਼ਨਾ, ਵਿਆਹ ਫਿਰ ਕੈਸਾ ਹੋਇਆ ਬਾਈ ਦਾ? ਦਰਸ਼ਨ ਦੱਸਦਾ, ਵਿਆਹ ਵਾਲੇ ਬੁਲਾ ਤੇ ਬੰਬ, ਤੂੰ ਚੱਲਦਾ ਤਾਂ ਵੇਖਦਾ ਨਜ਼ਾਰੇ। 200 ਬੰਦਾ ਬਰਾਤ ਦਾ। ਮੇਰੇ ਪਾਪੇ ਨੇ ਤਾਂ ਹੋਕਾ ਦੇ ਦਿੱਤਾ ਸੀ ਪਿੰਡ 'ਚ, ਬਈ ਆ ਜੋ ਜਿਹਨੇ ਜੰਝ ਜਾਣਾ। ਸ਼ਰਾਬ ਰਜਮੀ, 2 ਬੱਸਾਂ, 10 ਕਾਰਾਂ, ਐਂ ਕਿਹੜਾ ਅਕਬਰ ਬਾਦਸ਼ਾਹ ਦਾ ਲਓ ਲਸ਼ਕਰ ਸੀ ਪੂਰਾ। ਹੁਣ ਮਾਤੂ ਉਹਦੀਆਂ ਗੱਲਾਂ ਸੁਣ ਕੇ ਕਹਿੰਦਾ ਹੈ, ਐਨਿਆਂ ਦੀ ਧੀ ਵਾਲਿਆਂ ਨੇ ਸੇਵਾ ਕਿਵੇਂ ਕਰੀ ਹੋਊ? ਦਰਸ਼ਨ, ਸੇਵਾ ਨੂੰ ਕੰਜਰ ਦਿਆ ਅਸੀਂ ਨੰਗਾ ਮਲੰਗਾ ਦੇ ਢੁੱਕੇ ਸੀ। 2 ਬਿੱਗਿਆਂ 'ਚ ਤਾਂ ਕੋਠੀ ਹੈ ਉਹਨਾਂ ਦੀ। ਜਾਂਦਿਆਂ ਨੂੰ ਪਹਿਲਾਂ ਪਿੰਡ ਤੋਂ 2 ਮੀਲ ਉਰਾਂ ਕੈਂਪਾ ਕੋਲ ਆ। ਹੁਣ ਉਹ ਦੱਸਦਾ ਹੈ ਕਿ ਉਹ ਬਹੁਤ ਵੱਡੇ ਪਰਿਵਾਰ ਦੇ ਵਿੱਚ ਵਿਆਹੁਣ ਦੇ ਲਈ ਗਏ ਸੀਗੇ ਤੇ 2 ਮੀਲ ਉਰਾਂ ਉਹਨਾਂ ਨੂੰ ਕੈਂਪਾ ਕੋਲਾ ਪਿਲਾਇਆ ਗਿਆ। ਹੁਣ ਮਾਤੂ ਪੁੱਛਦਾ ਹੈ, ਕੈਂਪਾ ਕੋਲਾ ਕੀ? ਹੁਣ ਮਾਤੂ ਨੂੰ ਨਹੀਂ ਪਤਾ ਕਿ ਕੈਂਪਾ ਕੋਲਾ ਕੀ ਹੁੰਦਾ। ਦਰਸ਼ਨ ਦੱਸਦਾ ਹੈ, ਬਰਫ਼ 'ਚ ਲੱਗੀਆਂ ਠੰਡੀਆਂ ਬੋਤਲਾਂ, ਫਿਰ ਚਾਹ ਨਾਲ ਆਂਡਿਆਂ ਦਾ ਆਮਲੇਟ, ਮੱਛੀ ਪਨੀਰ ਦੇ ਪਕੌੜੇ, ਤਲੀ ਹੋਈ ਕਲੇਜੀ। ਤੇ ਮਾਤੂ ਉਹੀ ਪਿੰਡ 'ਚ ਰਹਿਣ ਵਾਲਾ ਗਰੀਬ ਪੁੱਛਦਾ, ਲੱਡੂ ਜਲੇਬੀਆਂ? ਕਿ ਲੱਡੂ ਜਲੇਬੀਆਂ ਨਹੀਂ ਪਾਈਆਂ ਉਹਨਾਂ ਨੇ? ਦਰਸ਼ਨ, ਵਾਹ ਓਏ ਮੰਗੇ ਵਾਲੀਆ, ਲੱਡੂ ਜਲੇਬੀਆਂ ਨੂੰ ਅੱਜ ਕੌਣ ਸਿਆਣਦਾ? ਹੁਣ ਤਾਂ ਆ ਗਈਆਂ ਬਰਫੀਆਂ, ਰਸਗੁੱਲੇ, ਗੁਲਾਬ ਜਾਮਣਾ, ਮੀਟ ਮੁਰਗੇ ਦੀਆਂ ਟੰਗਾਂ। ਮਾਤੂ, ਫੇਰ ਤਾਂ ਤੁਹਾਡਾ ਵੀ ਦਾਰੂ ਤੇ ਬਹੁਤ ਖਰਚਾ ਆਇਆ ਹੋ। 200 ਬੰਦੇ ਦਾ ਢਿੱਡ ਐਵੇਂ ਦਾ ਭਰ ਨਹੀਂ ਜਾਂਦਾ। ਦਰਸ਼ਨ, ਦਾਰੂ ਤੇ ਸਾਡਾ ਕੀ ਖਰਚ ਹੋਣਾ ਸੀ? ਮਾਤੂ, ਕਿਉਂ, ਹੋਰ ਕਿਹਦਾ ਹੋਇਆ? ਦਰਸ਼ਨ, ਬਾਈ ਦੇ ਸਹੁਰਿਆਂ ਦਾ, ਕਾਰਾਂ ਦਾ, ਬੱਸਾਂ ਦਾ, ਦਾਰੂ ਦਾ, ਸਭ ਖਰਚਾ ਉਹਨਾਂ ਪਹਿਲਾਂ ਹੀ ਓਟਿਆ ਸੀ। ਲੈ ਪੈਗ ਪੀ। ਮਾਤੂ ਹੁਣ ਪੈਗ ਪੀ ਲੈਂਦਾ ਤੇ ਕਹਿੰਦਾ, ਦਿੱਤਾ ਵੀ ਬਹੁਤ ਕੁਝ ਆ ਸੁਣਿਆ। ਦਰਸ਼ਨ, ਮੈਂ ਕਿਹਾ ਕੀ ਪੁੱਛਦਾ, ਕੀ ਦੱਸਾਂ, ਕਿਹੜੀ ਗਿਣਤੀ ਆਉਂਦੀ ਆ? ਕਾਰ, ਟੈਲੀਵਿਜ਼ਨ, ਫਰਿੱਜ, ਵਾਸ਼ਿੰਗ ਮਸ਼ੀਨ।
ਵਾਸ਼ਿੰਗ ਮਸ਼ੀਨ ਪਤਾ ਕੀ ਹੁੰਦੀ ਹੈ? ਕੱਪੜੇ ਧੋਣ ਵਾਲੀ ਮਸ਼ੀਨ। ਦੱਬਿਆ ਬਿਜਲੀ ਦਾ ਬਟਨ, ਕੁਰਰ ਕੁਰਰ ਕੁਰਰ, ਬਸ ਜੀ ਧੋਤੇ ਗਏ ਕੱਪੜੇ। ਮਾਤੂ, ਭਾਬੀ ਵੀ ਕਹਿੰਦੇ ਬਹੁਤ ਸੋਹਣੀ ਹੈ। ਹੁਣ ਮਾਤੂ ਹੈਰਾਨ ਹੋਇਆ, ਅੱਗੇ ਤੋਂ ਅੱਗੇ ਜੋ ਵੀ ਉਹਨੇ ਸੁਣਿਆ ਉਹ ਦਰਸ਼ਨ ਤੋਂ ਪੁੱਛੀ ਜਾ ਰਿਹਾ। ਹੁਣ ਦਰਸ਼ਨ ਆਪਣੀ ਭਾਬੀ ਬਾਰੇ ਦੱਸਦਾ ਹੈ। ਮਖੈਂ ਸੁਲਫੇ ਦੀ ਲਾਟ ਵਰਗੀ, ਨਿਰਾ ਸਰੋਂ ਦਾ ਫੁੱਲ, ਚੜ੍ਹਦੇ ਸੂਰਜ ਦੀ ਲਾਲੀ, ਚੌਦਵੀਂ ਦਾ ਚੰਦ। ਤੂੰ ਦੇਖੀ ਤਾਂ ਸਹੀ, ਜਿੱਦਾਂ ਤੁਹਾਡੀ ਗਲੀ ਵਿੱਚ ਦੀ ਲੰਘੀ, ਬਨੇਰੇ ਕਿਹੜਾ ਨਾ ਲਿਸ਼ਕਣ ਲੱਗ ਪੈਣਗੇ। ਤੁਹਾਡੇ ਵਿਹੜੇ 'ਚ ਤੱਕ ਲਪਟਾਂ ਆਉਣਗੀਆਂ ਚਾਨਣ ਦੀਆਂ। ਹੁਣ ਦਰਸ਼ਨ ਮਾਤੂ ਨੂੰ ਦੱਸਦਾ ਕਿ ਉਹਦੀ ਭਾਬੀ ਬਹੁਤ ਸੋਹਣੀ ਹੈ, ਜਿਹਦੀਆਂ ਲਪਟਾਂ ਉਹਨਾਂ ਦੇ ਵਿਹੜੇ ਤੱਕ ਆਉਣਗੀਆਂ। ਤੇ ਹੁਣ ਦਰਸ਼ਨ ਦਾ ਐਨੇ ਵਿੱਚ ਨੌਕਰ ਆ ਜਾਂਦਾ। ਨੌਕਰ ਕੀ ਕਹਿੰਦਾ? ਕਾਕਾ ਜੀ ਘਰੇ ਆ ਜਾਓ, ਵੱਡੇ ਕਾਕਾ ਜੀ ਨੇ ਬੁਲਾਇਆ, ਮਿੰਟ ਕੁ ਦਾ ਕੰਮ ਹੈ, ਕਹਿੰਦੇ ਸੀ ਫੇਰ ਭਾਵੇਂ ਉਦੋਂ ਹੀ ਮੁੜ ਆਵੇ। ਦਰਸ਼ਨ, ਤੂੰ ਚੱਲ ਜੱਗਿਆ, ਮੈਂ ਆਉਣਾ। ਹੁਣ ਨੌਕਰ ਚਲਾ ਜਾਂਦਾ। ਲੈ ਤੂੰ ਬੈਠ, ਮੈਂ ਜਾ ਆਵਾਂ, ਨਾਲੇ ਤੇਰੇ ਵਾਸਤੇ ਮੀਟ ਵੀ ਲਿਆਉਂ, ਬਥੇਰਾ ਪਿਆ ਬਚਿਆ। ਸੱਚ ਆਪਣਾ ਦੂਜਾ ਮਸਾਲਾ ਤਾਂ ਦੇ, ਦਾਰੂ ਭਾਵੇਂ ਕਿੰਨੀ ਪੀ ਲਈਏ, ਪਰ ਇਹਦਾ ਹੁਲਾਰਾ ਹੀ ਹੋਰ ਹੈ। ਮਾਤੂ 2-4 ਗੋਲੀਆਂ ਦਰਸ਼ਨ ਨੂੰ ਦਿੰਦਾ। ਬਸ ਫੇਰ ਤਾਂ ਵੱਜ ਗਿਆ ਗੋਲੇ ਆਣਾ। ਉਹ ਫੱਕਾ ਮਾਰ ਕੇ ਪਾਣੀ ਪੀ ਲੈਂਦਾ। ਲੈ ਫਿਰ, ਮੈਂ ਬਸ ਗਿਆ ਤੇ ਆਇਆ। ਹੁਣ ਦਰਸ਼ਨ ਜਾਂਦਾ ਹੈ ਤੇ ਮਾਤੂ ਕਮਲਾ ਜਿਹਾ ਹੋਇਆ ਨਸ਼ੇ ਦੇ ਵਿੱਚ ਬੈਠਾ ਹੈ ਤੇ 2 ਗੋਲੀਆਂ ਮੂੰਹ ਦੇ ਵਿੱਚ ਪਾ ਕੇ ਪਾਣੀ ਪੀਂਦਾ ਤੇ ਫਿਰ ਸ਼ਰਾਬ ਦਾ ਇੱਕ ਤਕੜਾ ਜਿਹਾ ਪੈਗ ਬਣਾ ਕੇ ਪੀ ਜਾਂਦਾ। ਉਸ ਤੋਂ ਬਾਅਦ ਉਹਦਾ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਤੇ ਦਿਮਾਗ ਦੇ ਵਿੱਚ ਦਰਸ਼ਨ ਦੀਆਂ ਕਈਆਂ ਗੱਲਾਂ ਉਹਦੇ ਬਾਰ-ਬਾਰ ਛੋਟੇ-ਛੋਟੇ ਟੁਕੜਿਆਂ ਦੇ ਰੂਪ ਦੇ ਵਿੱਚ ਘੁੰਮਣ ਲੱਗ ਜਾਂਦੀਆਂ। ਕੀ ਗੱਲਾਂ ਘੁੰਮਦੀਆਂ? ਠੰਡੀਆਂ ਬੋਤਲਾਂ, ਮੱਛੀ ਦੇ ਪਕੌੜੇ, ਤਲੀ ਹੋਈ ਕਲੇਜੀ, ਵਿਆਹ ਵਾਲੇ ਬੁਲਾਤੇ ਬੰਬ, 200 ਬੰਦਾ ਬਰਾਤ ਦਾ, ਸ਼ਰਾਬ ਰਜਵੀਂ, ਸੇਵਾ ਨੂੰ ਨੰਗਾ ਮੁਲੰਗਾ ਦੇ ਟੁੱਕੇ ਸੀ, ਮਾਂ ਟੈਲੀਵਿਜ਼ਨ, ਵਾਸ਼ਿੰਗ ਮਸ਼ੀਨ, ਫੇਰ ਦੱਬਿਆ ਬਟਨ, ਕੁਰ ਕੁਰ ਕੁਰ, ਸੁਲਫੇ ਦੀ ਲਾਟ ਅਰਗੀ, ਸਰੋਂ ਦਾ ਫੁੱਲ, ਚੜ੍ਹਦੇ ਦੀ ਲਾਲੀ, ਥੋੜੇ ਵਿਹੜੇ ਲਪਟਾਂ ਆਉਣਗੀਆਂ। ਆ ਤੇਰੀ ਬਹੂ ਹੈ ਓਏ, ਸਾਲਾ ਬਹੂ ਦਾ, ਲੈ ਗੁੱਡੀ ਆ ਰੁਪਈਆ, ਕੌਰੇ ਦੀ ਹੱਟੀ ਤੋਂ ਪਕੌੜੀਆਂ ਖਾ ਲਈ। ਹੁਣ ਮਾਤੂ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਘੁੰਮ ਰਹੀਆਂ ਤੇ ਉਹਨੂੰ ਕੈਲੋਂ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਉਹਦੀਆਂ ਉਹ ਗੱਲਾਂ ਉਹਨੂੰ ਸੁਣਦੀਆਂ ਜੋ ਉਹ ਪਹਿਲਾਂ ਕਰਕੇ ਉਹਦੇ ਨਾਲ ਗਈ ਹੈ। ਕੀ ਆਵਾਜ਼ ਸੁਣਦੀ ਹੈ ਕੈਲੋਂ ਦੀ? ਪਰ ਜੋ ਉਹਨੂੰ ਬਖਤਪੁਰੀਏ ਸਰਦਾਰਾਂ ਨਾਲ ਪਿੱਠ ਲੱਗਦੀ ਹੈ, ਜ਼ਮੀਨ ਦੇ 3 ਕਿੱਲੇ ਨਹੀਂ ਬਣਦੇ। ਹੁਣ ਦਰਸ਼ਨ ਦੀ ਆਵਾਜ਼ ਵੀ ਉਹਨੂੰ ਸੁਣਦੀ ਹੈ। 2 ਬਿੱਘਿਆਂ 'ਚ ਤਾਂ ਉਹਨਾਂ ਦੀ ਕੋਠੀ ਹੈ। ਫਿਰ ਕੈਲੋਂ ਦੀ ਆਵਾਜ਼ ਉਹਨੂੰ ਸੁਣਦੀ ਹੈ, 3 ਕਿੱਲੇ ਜ਼ਮੀਨ ਦੇ ਨਹੀਂ ਬਣਦੇ, ਗੱਲਾਂ ਭਰ ਜੋ ਬੰਦੀਆਂ ਕਰਦਾ। ਹੁਣ ਇਸ ਤਰ੍ਹਾਂ ਉਹਦੀ ਦਿਮਾਗੀ ਹਾਲਤ ਲਗਾਤਾਰ ਵਿਗੜਦੀ ਜਾਂਦੀ ਹੈ, ਮਾਨਸਿਕ ਹਾਲਤ ਉਹਦੀ ਵਿਗੜਦੀ ਜਾਂਦੀ ਹੈ। ਫਿਰ ਉਹਨੂੰ ਮਾਤੂ ਦੀ ਆਵਾਜ਼ ਖੁਦ ਨੂੰ ਆਵਾਜ਼ ਉਹਨੂੰ ਸੁਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਇਸ ਬਲੂੰਗੜੀ ਦਾ ਮੈਂ ਕੀ ਕਰਾਂ? ਇਹ ਤਾਂ 8 ਦੀ ਵੀ ਨਹੀਂ ਸੀ ਵਿਆਹ ਵੇਲੇ, ਮੈਨੂੰ ਵੀ ਕੋਈ ਰਾਹ ਦੱਸ। ਫਿਰ ਦਰਸ਼ਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਮੈਂ ਕਿਹਾ ਸੁਲਫੇ ਦੀ ਲਾਟ ਵਰਗੀ, 14ਵੀਂ ਦਾ ਚੰਦ, ਚੜ੍ਹਦੇ ਸੂਰਜ ਦੀ ਲਾਲੀ, ਬਨੇਰੇ ਲਿਸ਼ਕਣ ਲੱਗ ਪੈਣਗੇ, ਤੁਹਾਡੇ ਵਿਹੜੇ ਤੱਕ ਲਪਟਾਂ ਆਉਣਗੀਆਂ ਚਾਨਣ ਦੀਆਂ। ਹੁਣ ਜਦੋਂ ਇਹ ਸਾਰੀ ਮਾਨਸਿਕ ਸਥਿਤੀ ਵਿੱਚੋਂ ਮਾਤੂ ਗੁਜ਼ਰ ਰਿਹਾ ਹੁੰਦਾ ਤਾਂ ਉਸ ਵੇਲੇ ਕੈਲੋਂ ਆ ਜਾਂਦੀ ਹੈ ਤੇ ਉਹ ਪਹਿਲਾਂ ਨਾਲੋਂ ਵਧੇਰੇ ਨਿਖਰੀ ਹੋਈ ਲੱਗ ਰਹੀ ਹੈ। ਕੈਲੋਂ ਕੀ ਕਹਿੰਦੀ ਹੈ? ਵੇ ਆਈ ਨਹੀਂ ਤੇਰੀ ਮਾਂ ਅਜੇ, ਅੱਜ ਮੈਂ ਲਾਪਾ ਕਰਨੀ ਹੈ ਤੁਹਾਡੀ ਦੋਵਾਂ ਮਾਂ ਪੁੱਤ ਦੀ। ਮਾਤੂ ਨੂੰ ਜਿਵੇਂ ਉਸਦੀ ਗੱਲ ਸਮਝ ਹੀ ਨਾ ਆਈ ਹੋਵੇ। ਕਾਮ ਉਤੇਜਿਤ ਉਹ ਕੈਲੋਂ ਵੱਲ ਭੁੱਖਿਆਂ ਵਾਂਗ ਝਾਕਦਾ ਹੈ। ਕੁਝ ਗੋਲੀਆਂ ਅਤੇ ਸ਼ਰਾਬ ਦੇ ਨਸ਼ੇ ਸਦਕਾ ਅਤੇ ਕੁਝ ਬਦਲੀ ਹੋਈ ਮਾਨਸਿਕ ਅਵਸਥਾ ਸਦਕਾ ਕੈਲੋਂ ਉਸਨੂੰ ਕੈਲੋਂ ਨਹੀਂ ਸਗੋਂ ਇੱਕ ਕੋਈ ਨਵੀਂ ਨਕੋਰ ਤੀਵੀਂ ਦਿਖਾਈ ਦਿੰਦੀ ਹੈ। ਉਸਨੂੰ ਲੱਗਦਾ ਹੈ ਜਿਵੇਂ ਉਹ ਦਰਸ਼ਨ ਦੀ ਭਾਬੀ ਹੋਵੇ, ਕਿਉਂਕਿ ਦਰਸ਼ਨ ਮਾਤੂ ਦੇ ਕੋਲ ਆਪਣੀ ਭਾਬੀ ਦੀ ਖੂਬਸੂਰਤੀ ਦੀ ਗੱਲ ਕਰਕੇ ਗਿਆ, ਇਸ ਕਰਕੇ ਕੈਲੋਂ ਵੀ ਉਹਨੂੰ ਦਰਸ਼ਨ ਦੀ ਭਾਬੀ ਲੱਗਦੀ ਹੈ। ਹੁਣ ਦਰਸ਼ਨ ਦੀ ਆਵਾਜ਼ ਉਹਨੂੰ ਸੁਣਾਈ ਦਿੰਦੀ ਹੈ, ਤੁਹਾਡੇ ਵਿਹੜੇ ਤੱਕ ਲਪਟਾਂ ਆਉਣਗੀਆਂ ਚਾਨਣ ਦੀਆਂ। ਹੁਣ ਕੈਲੋਂ, ਵੇ ਮੈਂ ਕੀ ਪੁੱਛਿਆ, ਜਵਾਬ ਕਿਉਂ ਨਹੀਂ ਦਿੰਦਾ? ਵੇ ਕਿਵੇਂ ਹਾਬੜਿਆਂ ਵਾਂਗੂ ਝਾਕਦਾ। ਹੁਣ ਮਾਤੂ ਜਿਹਨੂੰ ਬਾਰ-ਬਾਰ ਆਵਾਜ਼ਾਂ ਸੁਣਾਈ ਦਿੰਦੀਆਂ ਉਹ ਕੀ ਕਹਿੰਦਾ? ਦਰਸ਼ਨ ਤਾਂ ਵਗ ਗਿਆ ਸਰੋਂ ਦੇ ਫੁੱਲੋ, ਉਹ ਕਹਿੰਦਾ ਸੀ ਤੁਹਾਡੇ ਬਨੇਰੇ ਲਿਸ਼ਕਣ ਲੱਗ ਪੈਣਗੇ, ਵਿਹੜੇ ਵਿੱਚ ਲਪਟਾਂ ਆਉਣਗੀਆਂ ਚਾਨਣ ਦੀਆਂ।
ਹੁਣ ਕੈਲੂ ਨੂੰ ਤਾਂ ਸਮਝ ਨਹੀਂ ਲੱਗ ਰਹੀ ਹੈ ਕੀ ਹੋ ਰਿਹਾ। ਕੀ ਕਹਿੰਦੀ ਹੈ, ਵੇ ਕਿਹੜੀਆਂ ਲਾਪਟਾਂ, ਕਿਹੜਾ ਵਿਹੜਾ, ਹਾਏ ਟੁੱਟ ਪੈਣਾ। ਮਾਤੂ ਕੀ ਕਹਿੰਦਾ, 2 ਬਿੱਘਿਆਂ 'ਚ ਤਾਂ ਤੁਹਾਡੀ ਕੋਠੀ ਐ, ਦੱਬਿਆ ਬਟਨ ਕੁਰਰ ਕੁਰਰ। ਫਿਰ ਹੱਸਣ ਲੱਗ ਜਾਂਦਾ। ਕੈਲੋਂ ਕੀ ਕਹਿੰਦੀ ਹੈ, ਤੇਰਾ ਦਿਮਾਗ ਤਾਂ ਟਿਕਾਣੇ ਐ, ਜਾਏ ਵੱਡਿਆਂ ਦਿਆ, ਜੇ ਨਾ ਝੁਲਸਿਆ ਕਰੇ ਇੰਨੀਆਂ ਗੋਲੀਆਂ। ਫੇਰ ਮਾਤੂ ਬੋਲਦਾ ਹੈ, ਧੰਨ ਭਾਗ 14ਵੀਂ ਦਾ ਚੰਦ, ਜੀ ਕਰਦਾ ਚਾਨਣ ਦੀਆਂ ਲਪਟਾਂ, ਸਰੋਂ ਦਾ ਫੁੱਲ, ਸ਼ਰਾਬ ਦੀ ਬੋਤਲ, ਘੁੱਟ ਭਰ ਲੈ। ਹੁਣ ਕੈਲੋਂ ਵੱਲ ਵਧਣਾ ਸ਼ੁਰੂ ਹੋ ਜਾਂਦਾ ਤੇ ਕੈਲੋਂ ਮਾਤੂ ਦੀ ਨੀਤ ਨੂੰ ਤਾੜ ਜਾਂਦੀ ਹੈ ਤੇ ਬੋਲਦੀ ਹੈ, ਵੂ ਨਪੁੱਤਿਆਂ ਦਾ ਢਾਂਡਾ ਹਲਕਿਆ ਹਾਬੜਿਆ ਵਿਆ, ਤੇ ਉੱਥੋਂ ਉਹ ਭੱਜ ਜਾਂਦੀ ਹੈ। ਹੁਣ ਮਾਤੂ ਕੀ ਕਹਿੰਦਾ, ਭੱਜ ਗਈ। ਇੰਨੇ ਵਿੱਚ ਭੂਟੀ ਆਉਂਦੀ ਹੈ, ਉਹਦੇ ਹੱਥ ਵਿੱਚ ਗੁੱਡੀ ਹੈ ਤੇ ਮਾਤੂ ਨੂੰ ਲੱਗਦਾ ਹੈ ਕਿ ਉਹ ਭੱਜੇ ਨਹੀਂ ਤੇ ਇੱਥੇ ਹੀ ਹੈ। ਕੀ ਕਹਿੰਦਾ, ਨਹੀਂ, ਫੇਰ ਆ ਗਈ। ਭੂਟੀ ਵੀ ਉਸਨੂੰ ਕੋਈ ਪੂਰੀ ਤੀਵੀਂ ਹੀ ਦਿਖਾਈ ਦਿੰਦੀ ਹੈ। ਮਾਤੂ ਉਸ ਵੱਲ ਵੀ ਹਾਬੜਿਆਂ ਵਾਂਗ ਦੇਖਦਾ ਹੈ। ਭੂਟੀ ਡਰ ਜਾਂਦੀ ਹੈ। ਭੂਟੀ ਬਾਹਰ ਨੂੰ ਭੱਜਣ ਲੱਗਦੀ ਹੈ, ਪਰ ਉਹ ਭੱਜ ਕੇ ਮੂਹਰੇ ਹੋ ਜਾਂਦਾ ਹੈ ਅਤੇ ਬਾਹਰਲੇ ਵਾਰ ਦਾ ਕੁੰਡਾ ਮਾਰ ਦਿੰਦਾ ਹੈ। ਭੂਟੀ ਝਲਾਨੀ ਵਿੱਚ ਜਾ ਵੜਦੀ ਹੈ। ਮਾਤੂ ਉਸਦਾ ਪਿੱਛਾ ਕਰਦਾ ਹੈ ਅਤੇ ਭੂਟੀ, ਜੋ ਕਿ ਮਾਤੂ ਨੂੰ ਦਰਸ਼ਨ ਦੀ ਭਾਬੀ ਨਜ਼ਰ ਆਉਂਦੀ ਹੈ, ਭੂਟੀ ਨੂੰ ਬਾਹਰ ਧੂਰ ਲਿਆਉਂਦਾ ਹੈ। ਉਹ ਉਸਨੂੰ ਫੜ ਕੇ ਨੋਚ ਲੈਣਾ ਚਾਹੁੰਦਾ ਹੈ। ਬਾਹਰੋਂ ਦਰਸ਼ਨ ਦੀਆਂ, ਮਾਤੂ, ਓਏ ਮਾਤੂ, ਬੂਹਾ ਖੋਲ, ਕੁੰਡਾ ਕਿਉਂ ਮਾਰ ਲਿਆ ਅੰਦਰੋਂ, ਆਦਿ ਆਵਾਜ਼ਾਂ ਥੋੜੇ ਵਕਫੇ ਨਾਲ ਆਉਂਦੀਆਂ ਹਨ। ਨਾਲ ਹੀ ਤਖਤ ਖੜਕਣ ਦੀ ਆਵਾਜ਼। ਪਰ ਮਾਤੂ ਨੂੰ ਕੁਝ ਨਹੀਂ ਸੁਣਦਾ। ਉਹ ਤਾਂ ਹੈਵਾਨ ਬਣਿਆ ਉਸਨੂੰ ਦਿੰਦੀ ਦਰਸ਼ਨ ਦੀ ਭਾਬੀ, ਜੋ ਕਿ ਵਾਸਤਵ ਵਿੱਚ ਭੂਟੀ ਹੈ, ਜਿਹੜੀ ਸੂਰਜ ਵਾਂਗ ਦਗ-ਦਗ ਕਰਦੀ ਹੈ, ਨੂੰ ਨੋਚ ਲੈਣਾ ਚਾਹੁੰਦਾ ਹੈ। ਇਸ ਲਈ ਕਾਮ ਦਾ ਅੰਨਾ ਕੀਤਾ ਭੂਟੀ ਪਿੱਛੇ ਦੌੜਿਆ ਫਿਰ ਰਿਹਾ ਹੈ। ਅਖੀਰ ਭੂਟੀ ਦਾ ਸਾਹ ਚੜ ਜਾਂਦਾ ਹੈ ਅਤੇ ਉਹ ਉਸਨੂੰ ਬਾਹਾਂ ਵਿੱਚ ਚੁੱਕ ਵਿਹੜੇ ਵਿੱਚ ਪਏ ਮੰਜੇ ਉੱਤੇ ਸੁੱਟ ਦਿੰਦਾ ਹੈ। ਜਦੋਂ ਉਹ ਉਸ ਉੱਤੇ ਉਲਰਦਾ ਹੈ ਤਾਂ ਭੂਟੀ ਦੀ ਚੀਕ ਨਿਕਲ ਜਾਂਦੀ ਹੈ। ਬਾਹਰਲਾ ਬੂਹਾ ਇੱਕਦਮ ਖੜਾਕ ਕਰਕੇ ਖੁੱਲਦਾ ਹੈ ਤੇ ਦਰਸ਼ਨ ਅੰਦਰ ਆਉਂਦਾ ਹੈ। ਦਰਸ਼ਨ ਉਸਦੀ ਕਰਤੂਤ ਵੇਖਦਾ ਉਸਦਾ ਮੂੰਹ ਚਪੇੜਾਂ ਮਾਰ-ਮਾਰ ਕੁੱਟ ਸੁੱਟਦਾ ਹੈ। ਸੋ ਇਸ ਤਰ੍ਹਾਂ ਮਾਤੂ, ਜੋ ਸ਼ਰਾਬ ਨਸ਼ੇ ਦੇ ਨਾਲ ਵੀ ਅੰਨਾ ਹੋਇਆ ਤੇ ਉਹਦੀ ਮਾਨਸਿਕ ਹਾਲਤ ਵੀ ਆਪਣੇ ਵਾਸਤੇ ਵਿੱਚ ਨਹੀਂ ਰਹਿੰਦੀ, ਭੂਟੀ ਦੇ ਨਾਲ ਬਲਾਤਕਾਰ ਕਰਦਾ ਤੇ ਇੰਨੇ ਵਿੱਚ ਦਰਸ਼ਨ ਆ ਜਾਂਦਾ, ਜਿਹੜਾ ਕਿ ਉਸਦੇ ਇਸ ਪੁੱਠੇ ਕਾਰੇ ਨੂੰ ਦੇਖ ਕੇ ਉਹਦਾ ਚਪੇੜਾਂ ਦੇ ਨਾਲ ਮੂੰਹ ਭੰਨ ਦਿੰਦਾ। ਹੁਣ ਦਰਸ਼ਨ ਕੀ ਕਹਿੰਦਾ, ਮੇਰਿਆ ਸਾਲਿਆ, ਜਵਾਕੜੀ ਨਾਲ ਜਬਰ ਜਨਾ, ਦੁਰ ਫਿੱਟੇ ਮੂੰਹ ਤੇਰੇ, ਦੁਰ ਫਿੱਟੇ ਮੂੰਹ। ਮਾਤੂ ਭੂਟੀ ਵੱਲ ਹੈਰਾਨੀ ਨਾਲ ਵੇਖਦਾ, ਕਿਉਂਕਿ ਜੋ ਉਹਨੇ ਕੰਮ ਕੀਤਾ ਉਹ ਹੋਸ਼ ਵਿੱਚ ਰਹਿ ਕੇ ਨਹੀਂ ਕੀਤਾ। ਕੀ ਕਹਿੰਦਾ, ਜਵਾਕੜੀ, ਤੈਨੂੰ ਇਹ ਜਵਾਕੜੀ ਲੱਗਦੀ ਹੈ? ਦਰਸ਼ਨ, ਹੋਰ ਤੇਰੀ ਮਾਂ ਹੈ ਇਹ? ਮਾਤੂ, ਮਾਂ ਕਿਉਂ, ਇਹ ਤਾਂ ਉਹ ਹੈ ਜਿਹਦੇ ਆਉਣ ਨਾਲ ਸਾਡੇ ਵਿਹੜੇ 'ਚ ਚਾਨਣ ਦੀਆਂ ਲਪਟਾਂ ਆਉਣ ਲੱਗ ਪਈਆਂ। ਦਰਸ਼ਨ ਨੂੰ ਗੁੱਸਾ ਆ ਜਾਂਦਾ। ਗੁੱਸੇ ਦੇ ਵਿੱਚ ਉਹ ਫਿਰ ਲੱਪੜ ਮਾਰਦਾ, ਚਪੇੜ ਮਾਰਦਾ, ਤੇਰੀ ਉਹ ਮਾਂ ਦੀ ਕੁੱਤੀ ਜਾਤ ਦੀ, ਕੁੱਤਿਆ, ਇਹ ਧੀ ਹੈ ਤੇਰੀ, ਜਿਹਨੂੰ ਬਹੂ ਬਣਾਈ ਬੈਠਾ। ਮਾਤੂ ਭੂਟੀ ਵੱਲ ਨੀਚ ਨਾਲ ਵੇਖਦਾ, ਧੀ ਹੈ ਇਹ ਮੇਰੀ, ਫਿਰ ਉਹ ਕਿੱਧਰ ਗਈ? ਦਰਸ਼ਨ, ਉਹ ਕੌਣ? ਮਾਤੂ, ਉਹ ਜਿਹਦੇ ਆਉਣ ਨਾਲ ਮੇਰੇ ਵਿਹੜੇ ਵਿੱਚ ਚਾਨਣ ਦੀਆਂ ਲਪਟਾਂ। ਸੋ ਉਹਦੇ ਦਿਮਾਗ ਦੇ ਵਿੱਚ ਦਰਸ਼ਨ ਦੇ ਦੁਆਰਾ ਆਪਣੀ ਭਾਬੀ ਦੀ ਕੀਤੀ ਗਈ ਖੂਬਸੂਰਤੀ ਦੀ ਪ੍ਰਸ਼ੰਸਾ ਉਹੀ ਘੁੰਮ ਰਹੀ ਹੈ ਤੇ ਉਹਨੇ ਆਪਣੇ ਵੱਲੋਂ ਜੋ ਵੀ ਕੀਤਾ ਉਹ ਦਰਸ਼ਨ ਦੀ ਭਾਬੀ ਦੇ ਨਾਲ ਕੀਤਾ। ਮੰਜੇ ਦੀ ਵਾਹੀ ਨਾਲ ਸਿਰ ਮਾਰ ਕੇ ਰੋਣ ਲੱਗ ਪੈਂਦਾ ਹੈ। ਦਰਸ਼ਨ ਗੁੱਸੇ ਵਿੱਚ ਦੰਦ ਕਰੀਚ ਰਿਹਾ ਹੈ, ਪਰਦਾ ਹੁੰਦਾ ਹੈ। ਸੋ ਇਸੇ ਕਰਕੇ ਕਹਾਣੀਕਾਰ ਨੇ ਇਸ ਇਕਾਂਗੀ ਦਾ ਨਾਮ ਢਾਂਡਾ ਰੱਖਿਆ ਹੈ, ਕਿਉਂਕਿ ਮਾਤੂ ਕਾਮ ਵਾਸਨਾ ਦੇ ਵਸ ਵਿੱਚ ਆ ਕੇ ਆਪਣਾ ਮਾਨਸਿਕ ਸੰਤੁਲਨ ਹੀ ਵਿਗਾੜ ਲੈਂਦਾ, ਉਹਨੂੰ ਕੋਈ ਹੋਸ਼ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ ਹੈ ਤੇ ਇੱਕ 8 ਸਾਲ ਦੀ ਛੋਟੀ ਜਿਹੀ ਬੱਚੀ ਦੇ ਨਾਲ ਉਹ ਬਲਾਤਕਾਰ ਕਰ ਦਿੰਦਾ ਹੈ।